ਅੱਜ ਬੜੀ ਲੋੜ ਹੈ ਸਿੱਖੀ ਨੂੰ ਗੁਰਬਾਣੀ ਦੀ ਟੇਕ ਲੈਣ ਦੀ। ਬਹੁਤਾ ਸਾਡਾ ਸਿੱਖੀ ਦਾ ਹਿੱਸਾ ਗੁਰਬਾਣੀ ਦੇ ਨਾਲੋਂ ਟੁੱਟਿਆ ਹੋਇਆ ਹੈ। ਸਤਿਗੁਰ ਦਾਤਾ ਰਹਿਮਤ ਕਰੇ, ਅਸੀਂ ਗੁਰੂ ਦੇ ਦਰਸਾਏ ਮਾਰਗ 'ਤੇ ਚੱਲ ਪਈਏ, ਕਿਉਂਕਿ ਇਹੀ ਉਹ ਮਾਰਗ ਹੈ ਜਿਹਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਆ ਸੱਚਾ ਮਾਰਗ। ਤੇ ਇਸੇ ਮਾਰਗ 'ਤੇ ਤੁਰ ਕੇ ਸੰਸਾਰ ਜਹਾਨ ਵੀ ਉਸਤਤ ਕਰਦਾ ਹੈ। ਬਚਨ ਆਪਾਂ ਪੜ੍ਹਦੇ ਹਾਂ 12 ਮਾਹ ਬਾਣੀ ਦੇ ਅੰਦਰ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਬਸ ਸੱਚ ਦੇ ਮਾਰਗ ਦਾ ਪਾਂਧੀ ਹੋਵੇ ਸਹੀ, ਨਿਰੰਕਾਰ ਦੇ ਰਾਹ 'ਤੇ ਚੱਲਣ ਵਾਲਾ ਹੋਵੇ ਸਹੀ। ਸੰਸਾਰ ਵਡਿਆਈ ਕਰਦਾ, ਸੰਸਾਰ ਸੋਭਾ ਦਿੰਦਾ। ਸੋ ਆਓ ਸਤਿਗੁਰ ਦਾਤਾ ਕਿਰਪਾ ਕਰੇ, ਗੁਰੂ ਦੀ ਵਡਿਆਈ ਆਪਾਂ ਕਰ ਰਹੇ ਹਾਂ, ਸਾਹਿਬ ਦੀ ਉਸਤਤ ਕਰ ਰਹੇ ਹਾਂ। ਜਿਹੜਾ ਸਭ ਤੋਂ ਉੱਚਾ ਹੈ ਹਮਰਾ ਠਾਕੁਰ, ਸਭ ਤੇ ਉੱਚਾ। ਤੇ ਸਾਡੇ ਤੇ ਗੁਰੂ ਨੇ ਇੰਨੀ ਕਿਰਪਾ ਕੀਤੀ, ਸਾਨੂੰ ਜੋੜਿਆ ਵੀ ਉਸੇ ਠਾਕੁਰ ਦੇ ਨਾਲ ਹੈ। ਸਤਿਗੁਰੂ ਜੀ ਕਹਿੰਦੇ ਇਹ ਉਹ ਠਾਕੁਰ ਹੈ ਜਿਹੜਾ ਰਾਜਿਆਂ ਦਾ ਵੀ ਮਹਾਰਾਜਾ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਰਾਜਨ ਕੇ ਰਾਜਾ ਮਹਾ, ਰਾਜਨ ਕੇ ਮਹਾਰਾਜਾ। ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਮੋ ਰਾਜ ਰਾਜੇ, ਨਮੋ ਸਾਜ ਸਾਜੇ। ਇਹਦੇ ਵਰਗਾ ਕੋਈ ਵੀ ਨਹੀਂ। ਫਿਰ ਜਦੋਂ ਆਪਾਂ ਇਸ ਗੱਲ ਨੂੰ ਮੰਨਦੇ ਹਾਂ ਇਹਦੇ ਵਰਗਾ ਕੋਈ ਨਹੀਂ, ਫਿਰ ਇਹਨੂੰ ਛੱਡ ਕੇ ਕਿਉਂ ਜਾਣਾ, ਕਿਉਂ ਭਟਕਣਾ। ਸੋ ਆਓ ਸਤਿਗੁਰ ਦਾਤਾ ਕਿਰਪਾ ਕਰੇ, ਉਹ ਪਾਵਰ ਉਹ ਪਾਇਆ ਨਹੀਂ ਕਿ ਵੀ ਗੁਰੂ ਦੀ ਉਸਤਤ ਕਰ ਸਕੀਏ। ਅਰਦਾਸ ਕਰੀਏ ਸਤਿਗੁਰੂ ਜੀ ਦੇ ਚਰਨਾਂ ਵਿੱਚ, ਆਪ ਹੀ ਰਹਿਮ ਕਰਕੇ ਤਰਸ ਕਰਕੇ ਇਹ ਵਿਚਾਰਾਂ ਕਰਵਾ ਲੈਣੀਆਂ। ਮੈਨੂੰ ਸਤਿਗੁਰੂ ਜੀ ਵਿਚਾਰਾਂ ਕਰਨ ਦਾ ਬਲ ਬਖਸ਼ਣ ਅਤੇ ਆਪ ਜੀ ਨੂੰ ਸੁਣਨ ਦਾ ਵੀ ਬਲ ਬਖਸ਼ਣ। ਇਸੇ ਤਰ੍ਹਾਂ ਆਪਾਂ ਸੁਣ ਕੇ ਕਰਕੇ ਆਪਣੇ ਜੀਵਨ ਵਿੱਚ ਉਹਨੂੰ ਢਾਲ ਸਕੀਏ। ਆਓ ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰੋ, ਪਿਆਰ ਸਤਿਕਾਰ ਅਤੇ ਅਦਬ ਦੇ ਨਾਲ ਦੋਵੇਂ ਹੱਥ ਜੋੜ ਕੇ ਸਾਹਿਬ ਸਤਿਗੁਰੂ ਜੁਗੋ ਜੁਗੇ ਅਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕਰੋ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿ ਰਾਸ ਸੋਦਰ ਬਾਣੀ। ਕੱਲ੍ਹ ਦੇ ਦੀਵਾਨ ਦੇ ਅੰਦਰ ਆਪ ਜੀ ਦੇ ਨਾਲ ਗੱਲ ਸਾਂਝੀ ਕੀਤੀ ਸੀ, ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹਿ ਨਾ ਚੂਕੈ ਭੋਗ। ਸਿਰਫ ਇਸੇ ਗੱਲ ਨੂੰ ਆਧਾਰ ਬਣਾਇਆ ਸੀ, ਨਾ ਉਹ ਮਰੈ, ਜਾਂ ਪਿਛਲੇ ਰਹਾਉ ਦੇ ਬੰਧ ਨੂੰ ਆਧਾਰ ਬਣਾ ਕੇ ਗੱਲ ਕੀਤੀ ਸੀ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਉਸ ਰੱਬ ਦੀ ਵਡਿਆਈ ਕਰਦਿਆਂ, ਉਸ ਰੱਬ ਦੀ ਉਸਤਤ ਕਰਦਿਆਂ ਸਾਨੂੰ ਇੱਕ ਬੜੀ ਵੱਡੀ ਗੱਲ ਸਮਝਾ ਦਿੱਤੀ। ਸੰਸਾਰ ਦੇ ਲੋਕੋ, ਉਹ ਪਰਮਾਤਮਾ ਕਦੇ ਨਹੀਂ ਮਰਦਾ, ਉਹ ਤਾਂ ਸਦਾ ਹੀ ਜਿਉਂਦਾ ਰਹਿੰਦਾ। ਕੱਲ੍ਹ ਵੀ ਬੇਨਤੀ ਕੀਤੀ ਸੀ, ਤੂੰ ਸਦਾ ਸਲਾਮਤ ਨਿਰੰਕਾਰ। ਨਿਰੰਕਾਰ ਸ਼ਬਦ, ਨਿਰੰਜਨ ਸ਼ਬਦ ਕਿਸੇ ਮਨੁੱਖ ਨਾਲ ਨਹੀਂ ਜੁੜਦਾ। ਕਿਉਂ? ਕਿਉਂਕਿ ਦੁਨੀਆ ਦੀ ਹਰੇਕ ਚੀਜ਼ ਮਾਇਆ ਦੀ ਰੰਗਤ ਵਿੱਚ ਰੰਗੀ ਹੋਈ ਹੈ, ਅਤੇ ਇਹ ਸ਼ਬਦ ਮਾਇਆ ਦੀ ਕਾਲਕ ਅਤੇ ਮਾਇਆ ਤੋਂ ਰਹਿਤ ਨੇ। ਅਤੇ ਜਿਹੜੇ ਸ਼ਬਦ ਮਾਇਆ ਦੀ ਕਾਲਕ, ਮਾਇਆ ਦੀ ਰੰਗਤ ਤੋਂ ਰਹਿਤ ਨੇ, ਉਹ ਰੱਬ ਦੇ ਨਾਲ ਜੁੜੇ ਹੋਏ ਨੇ। ਹੁਣ ਜਿਵੇਂ ਸ਼ਬਦ ਆਪ ਜੀ ਦੇ ਨਾਲ ਸਾਂਝਾ ਕੀਤਾ ਨਿਰੰਜਨ, ਇਹਦਾ ਭਾਵ ਕੀ ਅਰਥ ਹੈ? ਅੰਜਨ ਦਾ ਮਤਲਬ, ਇਹਨੂੰ ਵੱਖ-ਵੱਖ ਕਰ ਲਿਓ। ਨਿਰਜਮਾ ਅੰਜਨ, ਅੰਜਨ ਦਾ ਅਰਥ ਹੁੰਦਾ ਕਾਲਕ,
ਤੇ ਕਈ ਥਾਵਾਂ ਤੇ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਅੰਜਨ ਮਾਹੇ ਨਿਰੰਜਨ ਰਹੀਐ, ਬੜੀ ਵਾਰ ਬਚਨ ਆਉਂਦਾ। ਅੰਜਨ ਦਾ ਅਰਥ ਸਖੀ ਖਾਰ ਤੰਬੋਲ ਰਸ ਕੇ ਅੰਜਨ ਭਾਜਿਆ, ਉੱਥੇ ਆਪਾਂ ਅੰਜਨ ਪੜ੍ਹਦੇ ਹਾਂ। ਕੀ ਭਾਵ ਅਰਥ ਨੇ? ਅੰਜਨ ਦਾ ਅਰਥ ਹੁੰਦਾ ਸਾਧ ਸੰਗਤ ਸੁਰਮਾ। ਹੁਣ ਉਹ ਹੁੰਦਾ ਕਾਲੇ ਰੰਗ ਦਾ, ਤੇ ਸਤਿਗੁਰੂ ਜੀ ਦੇ ਲਈ ਜਦੋਂ ਇਹ ਸ਼ਬਦ ਵਰਤਿਆ ਜਾ ਰਿਹਾ ਨਿਰੰਕਾਰ ਦੇ ਲਈ, ਤੇ ਗੁਰੂ ਨਾਨਕ ਮਹਾਰਾਜ ਜੀ ਬਾਣੀ ਵਿੱਚ ਕਹਿੰਦੇ ਉਹ ਮਾਇਆ ਦੀ ਕਾਲਕ ਤੋਂ ਰਹਿਤ। ਨਿਰ ਦਾ ਅਰਥ ਹੁੰਦਾ ਰਹਿਤ। ਉਹ ਪਰਮਾਤਮਾ ਮਾਇਆ ਦੀ ਕਾਲਕ ਤੋਂ ਰਹਿਤ ਹੈ। ਜਾਂ ਇੱਕ ਸ਼ਬਦ ਹੋਰ ਨਿਰੰਕਾਰ। ਇਸ ਸ਼ਬਦ ਦੇ ਵੀ ਅਰਥ ਬੜੇ ਕਮਾਲ ਦੇ ਨੇ। ਮੈਂ ਫਿਰ ਬੇਨਤੀ ਦੁਹਰਾਉਣਾ ਚਾਹੁੰਦਾ, ਜਿਹੜੇ ਸ਼ਬਦਾਂ ਦੇ ਅੰਦਰ ਮਾਇਆ ਨਹੀਂ, ਉਹੀ ਸ਼ਬਦ ਰੱਬ ਦੇ ਨਾਲ ਜੁੜੇ ਨੇ। ਮੈਂ ਬੇਨਤੀ ਕਰਨ ਲੱਗਾ ਸਾਂ, ਜਿਵੇਂ ਆਪਾਂ ਪੜ੍ਹਦੇ ਹਾਂ ਨਿਰੰਕਾਰ, ਤੇ ਬਾਣੀ ਵਿੱਚ ਬਾਰ-ਬਾਰ ਆਉਂਦਾ ਵਾਹੋ ਵਾਹੋ ਬਾਣੀ ਨਿਰੰਕਾਰ। ਅਨੇਕਾਂ ਵਾਰੀ ਆਇਆ, ਇੱਕ ਵਾਰੀ ਨਹੀਂ ਅਨੇਕਾਂ ਵਾਰੀ ਆਇਆ। ਆਪ ਸਾਰੇ ਸੂਝਵਾਨ ਬੈਠੇ ਹੋ। ਨਿਰੰਕਾਰ ਦਾ ਅਰਥ ਹੁੰਦਾ, ਆਕਾਰ ਦਾ ਅਰਥ ਹੈ ਜੀ ਉਹ ਪਰਮਾਤਮਾ ਜਿਹਦੀ ਹੋਂਦ ਸਰਬ ਵਿਆਪਕ ਹੈ। ਉਹ ਆਕਾਰ ਵਿੱਚ ਨਹੀਂ, ਭਾਵ ਨਿਰਅੰਕਾਰ, ਭਾਵ ਆਕਾਰ ਤੋਂ ਰਹਿਤ, ਕੋਈ ਆਕਾਰ ਨਹੀਂ ਉਹਦਾ। ਇਸ ਕਰਕੇ ਜਿਹੜਾ ਨਿਰੰਜਨ ਹੈ, ਜਿਹੜਾ ਨਿਰੰਕਾਰ ਹੈ, ਸਤਿਗੁਰੂ ਗੁਰੂ ਨਾਨਕ ਮਹਾਰਾਜ ਕਹਿੰਦੇ ਨਾ ਉਹ ਮਰੈ, ਉਹ ਕਦੀ ਨਹੀਂ ਮਰਦਾ। ਉਹ ਨਾ ਜਨਮ ਵਿੱਚ ਹੈ ਨਾ ਮਰਨ ਵਿੱਚ ਹੈ। ਸੋ ਸਤਿਗੁਰੂ ਜੀ ਦਾ ਅੱਗੇ ਆਪਾਂ ਵਚਨ ਜਿਹੜਾ ਉਹਨੂੰ ਵਿਚਾਰੀਏ। ਨਾ ਹੋਵੇ ਸੋਗ। ਸੋਗ ਦਾ ਅਰਥ ਵਿਦਵਾਨਾਂ ਨੇ ਕੀਤਾ ਅਫਸੋਸ। ਹਰੇਕ ਬੰਦਾ ਦੁਨੀਆ ਤੇ ਮਰਦਾ, ਕੋਈ ਅੱਜ ਚਲਾ ਗਿਆ, ਕੋਈ ਕੱਲ ਚਲਾ ਗਿਆ। ਅਕਤ ਨਜ਼ਦੀਕੀ ਵੀ ਕੋਈ ਹੋਵੇ ਨਾ, ਉਹਦੇ ਜਾਣ ਦਾ ਵੀ ਬੰਦੇ ਨੂੰ ਅਫਸੋਸ ਹੁੰਦਾ। ਬੰਦਾ ਚਿੰਤਾ ਜ਼ਾਹਰ ਕਰਦਾ, ਬੜਾ ਵਿਰਾਗ ਦੇ ਵਿੱਚ ਉਹਦੇ ਪ੍ਰਤੀ ਲਫ਼ਜ਼ ਘੜਦਾ ਕਿ ਵੀ ਇਸ ਬੰਦੇ ਦੇ ਜਾਣ ਦਾ ਮੈਨੂੰ ਬੜਾ ਅਫਸੋਸ ਹੈ। ਭਾਵੇਂ ਉਹ ਭਰਾ ਹੋਵੇ, ਭਾਵੇਂ ਉਹ ਭੈਣ ਹੋਵੇ, ਮਾਂ ਹੋਵੇ, ਬਾਪ ਹੋਵੇ, ਹਰੇਕ ਦਾ ਅਫਸੋਸ ਹੈ ਬੰਦੇ ਨੂੰ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਰੱਬ ਜਿਹੜਾ ਹੈ ਹੀ ਨਿਰੰਕਾਰ, ਰੱਬ ਜਿਹੜਾ ਹੈ ਹੀ ਨਿਰੰਜਨ, ਜਿਹੜਾ ਨਾ ਕਦੇ ਮਰਦਾ ਨਾ ਕਦੇ ਜੰਮਦਾ, ਨਾ ਉਹਦੇ ਆਉਣ ਦਾ ਨਾ ਉਹਦੇ ਜਾਣ ਦਾ ਕੋਈ ਅਫਸੋਸ ਹੀ ਨਹੀਂ ਹੈ। ਭਗਤਾਂ ਦੇ ਕੋਲ ਇਹੀ ਤਾਂ ਚੀਜ਼ ਹੈ ਜਿਹੜੀ ਅਫਸੋਸ ਵਿੱਚ ਨਹੀਂ ਆਉਂਦੀ। ਭਗਤਾਂ ਦੇ ਕੋਲ ਕਿਸੇ ਪ੍ਰਕਾਰ ਦਾ ਅਫਸੋਸ ਨਹੀਂ ਹੈ, ਉਹਨਾਂ ਦੇ ਕੋਲ ਚਿੰਤਾ ਨਹੀਂ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਰੱਬ ਨੇ ਕਦੀ ਜਾਣਾ ਨਹੀਂ। ਰੱਬ ਦੇ ਵਿੱਚ ਅਸੀਂ ਸਮਾ ਜਾਣਾ ਹੈ, ਰੱਬ ਨੇ ਸਾਡੇ ਵਿੱਚ ਸਮਾ ਜਾਣਾ ਹੈ। ਬਸ ਇਸੇ ਕਰਕੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੈ। ਸਤਿਗੁਰੂ ਜੀ ਅੱਗੇ ਕਹਿੰਦੇ ਆ ਦੇਂਦਾ ਰਹਿ ਨਾ ਚੁੱਕੈ ਭੋਗ। ਇਸ ਪੰਕਤੀ ਨੂੰ ਵੀ ਥੋੜ੍ਹਾ ਜਿਹਾ ਵਿਚਾਰਿਓ। ਰੱਬ ਜਿਹੜਾ ਹੈ ਨਾ ਉਹ ਬੜਾ ਬੇਅੰਤ ਹੈ। ਉਹਦੀ ਬੇਅੰਤਤਾਈ ਨੂੰ ਆਪਾਂ ਬਾਣੀ ਵਿੱਚ ਪੜ੍ਹ ਹੀ ਲਿਆ, ਸੁਣ ਹੀ ਲਿਆ, ਬੜਾ ਉੱਚੇ ਪਾਰ ਹੈ। ਬੇਅੰਤ ਕਿਉਂ ਹੈ ਉਹ ਪਰਮਾਤਮਾ? ਇੰਨਾ ਅਗੰਮ ਕਿਉਂ ਹੈ? ਉਹਦੇ ਪਿੱਛੇ ਕਾਰਨ ਹੈ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਉਹ ਰੱਬ ਜਿਹੜਾ ਨਾ ਦੇਂਦਾ ਰਹਿ, ਇਹ ਸਭ ਤੋਂ ਵੱਡਾ ਉਹਦੇ ਅੰਦਰ ਗੁਣ ਹੈ। ਇੱਕ ਬੰਦਾ ਕਿਸੇ ਨੂੰ ਦੇ ਰਿਹਾ, ਚਲੋ ਮੰਨ ਲਓ ਰਾਸ਼ਨ ਦੇ ਰਿਹਾ, ਪੈਸਾ ਦੇ ਰਿਹਾ, ਜਾਂ ਕੋਈ ਚੀਜ਼ਾਂ ਵੰਡ ਰਿਹਾ। ਵੰਡਦੇ ਵੰਡਦੇ ਕਈ ਵਾਰ ਬੰਦੇ ਦੇ ਕੋਲ ਉਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਬੰਦਾ ਆਪਣੇ ਹੱਥ ਖੜੇ ਕਰ ਜਾਂਦਾ, ਕਹਿੰਦਾ ਹੁਣ ਮੇਰੇ ਕੋਲ ਦੇਣ ਦੇ ਲਈ ਨਹੀਂ। ਚਲੋ ਇੱਕ ਛੋਟੀ ਜਿਹੀ ਮੈਨੂੰ ਗਾਥਾ ਯਾਦ ਆਈ, ਉਹਦਾ ਸਹਾਰਾ ਲੈ ਕੇ ਆਪਾਂ ਇਸ ਗੱਲ ਨੂੰ ਵਿਚਾਰ ਲੈਂਦੇ ਹਾਂ, ਫਿਰ ਬਾਣੀ ਵਿੱਚੋਂ ਵੇਖ ਲਵਾਂਗੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਕੀ ਕਹਿੰਦੇ ਆ। ਕਹਿੰਦੇ ਇੱਕ ਸ਼ਾਹੂਕਾਰ, ਸਿਆਲਾਂ ਦੀ ਰੁੱਤ ਆਉਣੀ, ਹਰ ਸਾਲ ਉਹਨੇ ਕੁਝ ਨਾ ਕੁਝ ਆਪਣੇ ਕੋਲ ਇਕੱਠਾ ਕਰਕੇ ਜੋ ਜੋੜਿਆ ਹੁੰਦਾ ਸੀ, ਉਸ ਦੇ ਵਿੱਚੋਂ ਗਰੀਬਾਂ ਨੂੰ ਕੁਝ ਕੰਬਲ ਦੇ ਦੇਣਾ, ਚਾਦਰ ਦੇ ਦੇਣੀ, ਜਾਂ ਖਾਣ ਦੇ ਲਈ ਕੋਈ ਰਾਸ਼ਨ ਦੇ ਦੇਣਾ। ਇਹ ਉਹ ਸ਼ਾਹੂਕਾਰ ਨੇ ਹਰ ਸਾਲ ਇਸ ਤਰ੍ਹਾਂ ਕਰਿਆ ਕਰਨਾ।
ਕਹਿੰਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿੰਨੇ ਵੀ ਉਹ ਗਰੀਬ ਸਨ ਸਾਰੇ ਉਹਦੇ ਦਰਵਾਜ਼ੇ ਤੇ ਆ ਕੇ ਖੜੇ ਹੋ ਜਾ। ਉਹਨਾਂ ਹਰ ਸਾਲ ਖੜੇ ਹੋ ਜਾ ਕਰਨਾ। ਇਸ ਸਾਲ ਵੀ ਉਹ ਖੜੇ ਹੋਏ। ਜਦੋਂ ਖੜੇ ਹੋਏ, ਕੁੰਡਾ ਖੜਕਾਇਆ। ਅੱਜ ਉਹ ਸ਼ਾਹੂਕਾਰ ਬਾਹਰ ਨਹੀਂ ਨਿਕਲਿਆ, ਉਹਦਾ ਪੁੱਤ ਬਾਹਰ ਆਇਆ। ਉਹ ਕਹਿਣ ਲੱਗੇ ਤੁਸੀਂ ਕੌਣ? ਕਹਿੰਦੇ ਇੱਥੇ ਇੱਕ ਸ਼ਾਹੂਕਾਰ ਹੁੰਦਾ ਸੀ ਜਿਹੜਾ ਹਰ ਸਾਲ ਸਾਨੂੰ ਕੋਈ ਨਾ ਕੋਈ ਚੀਜ਼ ਦਿਆ ਕਰਦਾ ਸੀ, ਉਹਨੂੰ ਸੱਦੋ। ਕਹਿੰਦੇ ਉੱਤੇ ਮਰ ਗਿਆ, ਉਹ ਤਾਂ ਸੰਸਾਰ ਨੂੰ ਅਲਵਿਦਾ ਕਹਿ ਗਿਆ, ਚਲਾ ਗਿਆ ਇਸ ਦੁਨੀਆ ਤੋਂ। ਕਹਿੰਦੇ ਫਿਰ ਹੁਣ ਤੁਸੀਂ ਸਾਨੂੰ ਕੁਝ ਦਿਓ। ਉਹ ਕਹਿੰਦਾ ਮੇਰੇ ਕੋਲ ਦੇਣ ਲਈ ਕੁਝ ਨਹੀਂ ਹੈ, ਮੇਰੇ ਹੱਥ ਖੜੇ ਜਦੋਂ ਤੱਕ ਉਹ ਹੈ ਸੀ ਉਹ ਜਿਉਂਦਾ ਤੁਹਾਨੂੰ ਦਿੰਦਾ ਸੀ, ਅੱਜ ਮੈਂ ਆ ਗਿਆ, ਮੇਰੇ ਕੋਲ ਦੇਣ ਲਈ ਕੁਝ ਨਹੀਂ ਹੈ। ਇਸੇ ਕਰਕੇ ਬੰਦੇ ਦੇ ਕੋਲ ਕੁਝ ਦੇਣ ਦੇ ਲਈ ਕਿਸੇ ਨੂੰ ਕੁਝ ਨਹੀਂ ਹੈ। ਜੋ ਕੁਝ ਬੰਦਾ ਸਾਂਭੀ ਬੈਠਾ ਨਾ ਇਹ ਖਤਮ ਹੋਣ ਵਾਲਾ ਹੈ। ਤੇ ਹੁਣ ਆਪਾਂ ਬਾਣੀ ਵਿੱਚੋਂ ਵੇਖੀਏ ਰੱਬ ਕਿੰਨਾ ਬੇਅੰਤ ਹੈ। ਬਚਨ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ, ਦੇਂਦਾ ਰਹਿ। ਰੱਬ ਇੰਨਾ ਬੇਅੰਤ ਹੈ, ਰੱਬ ਇੰਨਾ ਦਿਆਲੂ ਹੈ, ਅੱਜ ਦਾ ਨਹੀਂ ਦੇ ਰਿਹਾ। ਸਤਿਗੁਰੂ ਜੀ ਕਹਿੰਦੇ ਬੰਦਾ ਅੱਜ ਦਾ ਨਹੀਂ ਉਹਦੇ ਕੋਲੋਂ ਲੈ ਰਿਹਾ, ਜੁਗਾਂ ਜੁਗੰਤਰਾਂ ਤੋਂ ਰੱਬ ਬੰਦੇ ਨੂੰ ਦਈ ਜਾ ਰਿਹਾ ਹੈ। ਤੇ ਜਿਹਦਾ ਇੰਨਾ ਕੁਝ ਬੰਦਾ ਲੈ ਰਿਹਾ, ਕਦੀ ਬੰਦੇ ਨੇ ਧਿਆਨ ਮਾਰਿਆ ਕਿ ਵੀ ਉਹਦੇ ਭੰਡਾਰੇ ਵੀ ਖਾਲੀ ਹੋਣਗੇ? ਸੰਸਾਰ ਤੇ ਅੱਜ ਵੀ ਉਹਦੇ ਕੋਲੋਂ ਲੈ ਰਿਹਾ। ਗੁਰੂ ਨਾਨਕ ਮਹਾਰਾਜ ਜੀ ਦੀ ਜਪਜੀ ਸਾਹਿਬ ਬਾਣੀ ਜਦੋਂ ਪੜ੍ਹਦੇ ਹੋ, ਉਹਦੇ ਵਿੱਚ ਆਪਾਂ ਇੱਕ ਬਚਨ ਪੜ੍ਹਦੇ ਹਾਂ, ਦੇਂਦਾ ਦੇ ਲੈਂਦੇ ਥੱਕ ਭਾਹੇ। ਰੱਬ ਜਿਹੜਾ ਉਹ ਦਿੰਦਿਆਂ ਦਿੰਦਿਆਂ ਦਿੰਦਾ ਹੀ ਰਹਿੰਦਾ ਹੈ। ਲੈਣ ਵਾਲੇ ਥੱਕ ਜਾਂਦੇ ਨੇ, ਹਾਰ ਜਾਂਦੇ ਨੇ, ਪਰ ਦੇਣ ਵਾਲਾ ਕਦੀ ਨਹੀਂ ਥੱਕਦਾ। ਕਾਰਨ ਕੀ ਹੈ? ਇੱਕ ਬੇਨਤੀ ਹੋਰ ਕਰਾਂ, ਫਿਰ ਕਾਰਨ ਲੱਭਣ ਦੀ ਕੋਸ਼ਿਸ਼ ਕਰਾਂਗੇ। ਸਤਿਗੁਰੂ ਜੀ ਗੁਰੂ ਨਾਨਕ ਮਹਾਰਾਜ ਜੀ ਅੱਗੇ ਕਹਿੰਦੇ ਅੱਜ ਦਾ ਨਹੀਂ, ਇਹ ਬੰਦਾ ਰੱਬ ਦੇ ਕੋਲੋਂ ਜੁਗਾਂ ਜੁਗੰਤਰ ਖਾਹੀ ਖਾਹੇ, ਜੁਗਾਂ ਜੁਗਾਂ ਤੋਂ ਖਾ ਰਿਹਾ, ਅੱਜ ਦਾ ਨਹੀਂ ਖਾ ਰਿਹਾ। ਉਹਦੇ ਭੰਡਾਰਿਆਂ ਦੇ ਵਿੱਚੋਂ ਇਹ ਅੱਜ ਦਾ ਨਹੀਂ ਲੈ ਰਿਹਾ। ਜੁਗਾਂ ਜੁਗਾਂ ਤੋਂ ਸੰਸਾਰ ਜਦੋਂ ਦਾ ਬਣਿਆ, ਕੱਲਾ ਮਨੁੱਖ ਹੀ ਨਹੀਂ, ਦੁਨੀਆ ਦਾ ਹਰੇਕ ਜੀਵ ਰੱਬ ਦੇ ਕੋਲੋਂ ਲੈ ਰਿਹਾ ਤੇ ਰੱਬ ਉਹਨੂੰ ਦੇ ਰਿਹਾ। ਰੱਬ ਦੇ ਅੰਦਰ ਇਹ ਸਭ ਤੋਂ ਵੱਡਾ ਗੁਣ ਹੈ ਕਿ ਵੀ ਉਹ ਦੇ ਕੇ ਨਾ ਕਦੀ ਮਨ ਵਿੱਚ ਪਛਤਾਵਾ ਨਹੀਂ ਕਰਦਾ। ਇਹ ਵੀ ਰੱਬ ਦੇ ਅੰਦਰ ਗੁਣ ਹੈ। ਨਹੀਂ ਤਾਂ ਬੰਦਾ ਕੋਈ ਕਿਸੇ ਨੂੰ ਕੁਝ ਦੇ ਰਿਹਾ ਤੇ ਬੰਦਾ ਕਹਿੰਦਾ, ਘੜੀ ਪਲ ਦੇ ਵਿੱਚ ਬੰਦੇ ਦਾ ਮਨ ਕਹਿੰਦਾ ਹੈ ਕਿ ਮੈਂ ਇਹ ਚੀਜ਼ ਇਹਨੂੰ ਕਿਉਂ ਦੇ ਦਿੱਤੀ, ਮੈਂ ਵਾਪਸ ਲੈ ਲਾਂ। ਹੁੰਦਾ ਨਾ ਕਈ ਵਾਰ ਸੁਭਾਅ ਹੁੰਦਾ ਬੰਦੇ ਦਾ, ਕਈ ਵਾਰ ਬੰਦਾ ਪਕੜਾ ਦਿੰਦਾ, ਚੀਜ਼ ਦੇ ਦਿੰਦਾ, ਪਰ ਅਗਲੇ ਪਲ ਵਿੱਚ ਉਹਦਾ ਅਫਸੋਸ ਸ਼ੁਰੂ ਹੋ ਜਾਂਦਾ, ਚਿੰਤਾ ਆ ਜਾਂਦੀ ਹੈ ਕਿ ਮੇਰੇ ਕੋਲ ਇਹ ਚੀਜ਼ ਸੀ, ਮੇਰੇ ਕੋਲ ਜੇ ਘਟ ਗਈ ਮੈਂ ਕਿਵੇਂ ਪੂਰੀ ਕਰਾਂਗਾ, ਮੈਂ ਕਿਉਂ ਦਿਆਂ, ਜਾਂ ਮੈਂ ਜਿਹੜੀ ਦਿੱਤੀ ਉਹਨੂੰ ਵਾਪਸ ਲੈ ਲਾਂ। ਰੱਬ ਕਿੰਨਾ ਦਿਆਲੂ ਹੈ, ਕਿੰਨਾ ਕਿਰਪਾਲੂ ਹੈ। ਉਹ ਕਦੇ ਦਾ ਦੇ ਰਿਹਾ ਹੈ, ਪਰ ਉਹਦੇ ਮਨ ਵਿੱਚ ਇੱਕ ਪਲ ਵੀ ਇਹ ਰੋਸਾ ਨਹੀਂ ਆਉਂਦਾ, ਇੱਕ ਪਲ ਵੀ ਉਹਨੂੰ ਇਹ ਗੱਲ ਪਰੇਸ਼ਾਨ ਨਹੀਂ ਕਰਦੀ ਕਿ ਮੇਰੇ ਕੋਲੋਂ ਅਕਿਰਤ ਘਣ ਵੀ ਲੈ ਰਹੇ ਨੇ, ਲੈ ਲੈ ਕੇ ਜਿਹੜੇ ਮੁੱਕਰ ਜਾਂਦੇ ਨੇ ਉਹ ਵੀ ਮੇਰੇ ਕੋਲੋਂ ਲੈ ਰਹੇ ਨੇ। ਉਹਨੇ ਕਦੀ ਨਹੀਂ ਆਖਿਆ ਮੈਂ ਇਹਨਾਂ ਨੂੰ ਕਿਉਂ ਦਿੰਦਾ, ਮੈਂ ਇਹਨਾਂ ਕੋਲੋਂ ਵਾਪਸ ਲੈ ਲਾਂ। ਰੱਬ ਸਭ ਨੂੰ ਦੇ ਰਿਹਾ। ਉਹ ਤਾਂ ਅਕਿਰਤ ਘਣਾਂ ਨੂੰ ਪਾਲਦਾ ਤੇ ਅਕਿਰਤ ਕਣਾਂ ਨੂੰ ਵੀ ਪਾਲ ਰਿਹਾ। ਗੁਰੂ ਨਾਨਕ ਮਹਾਰਾਜ ਜੀ ਤਾਂ ਇੱਥੋਂ ਇਹ ਤੱਕ ਕਹਿ ਦਿੰਦੇ ਆ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਕੀ ਖਾਹੇ। ਰੱਬਾ ਕੇਤੇ ਹੀ ਇਹੋ ਜਿਹੇ ਨੇ ਜਿਹੜੇ ਲੈ ਲੈ ਕੇ ਤੇਰੇ ਕੋਲੋਂ ਮੁੱਕਰ ਜਾਂਦੇ ਆ, ਪਰ ਰੱਬਾ ਤੂੰ ਵੀ ਤਾਂ ਵੀ ਇੰਨਾ ਤਰਸ ਉਹਨਾਂ ਤੇ ਕਰਦਾ ਹੈ, ਕਦੀ ਇਹ ਨਹੀਂ ਪਛਤਾਵਾ ਕਰਦਾ ਕਿ ਵੀ ਇਹ ਮੈਨੂੰ ਯਾਦ ਨਹੀਂ ਕਰਦਾ, ਇਹ ਮੈਨੂੰ ਜਪਦਾ ਨਹੀਂ, ਮੈਨੂੰ ਕਿਉਂ ਦੇ ਰਿਹਾ। ਰੱਬ ਫਿਰ ਵੀ ਦਈ ਜਾ ਰਿਹਾ। ਇਹ ਉਹਦਾ ਬਿਰਧ ਹੈ, ਇਹ ਉਹਦੇ ਅੰਦਰ ਦੀ ਦਿਆਲਤਾ ਹੈ। ਤੇ ਮੈਂ ਇੱਕ ਕਾਰਨ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਸਾਂ। ਰੱਬ ਪਛਤਾਉਂਦਾ ਕਿਉਂ ਨਹੀਂ? ਰੱਬ ਦੇ ਅੰਦਰ ਦੇ ਕੇ ਅਫਸੋਸ ਕਿਉਂ ਨਹੀਂ ਪੈਦਾ ਹੁੰਦਾ? ਬੇਨਤੀ ਕਰਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਆ, ਪਹਿਲੀ ਗੱਲ ਆਪਾਂ ਇਹ ਵਿਚਾਰ ਰਹੇ ਹਾਂ ਕਿ ਉਹ ਸਭ ਤੋਂ ਵੱਡਾ ਹੈ, ਤੇ ਜਿਹੜਾ ਸਭ ਤੋਂ ਵੱਡਾ ਹੈ ਨਾ, ਉਸ ਦਾਤੇ ਦੇ ਭੰਡਾਰੇ ਛੋਟੇ ਨਹੀਂ ਹੋ ਸਕਦੇ, ਉਹਦੇ ਭੰਡਾਰੇ ਵੀ ਉਹਦੇ ਵਰਗੇ ਵੱਡੇ ਨੇ।
जिन्ना वड्डा वो दाता है, जेवड़ आप अगे जाके आएगे, जेवड़ आप तेवड़ तेरी दात, उन्नी वड्डी उहदी दात है। सतगुरु जी कहते देंदा रह ना चुकै भोग, क्योंकि उहदे भंडारे सीमित नहीं असीमित ने। सतगुरु गुरु नानक महाराज, गुरु ग्रंथ साहिब महाराज जी की बाणी विच सतगुरु जी कहते आ दाता इक्को ही है। जिन्हों गुरु नानक महाराज जपजी साहिब विच भी कहते आ सबना जियां का एक दाता, दाता इक्को ही है। पर ਉਹਦੇ ਨਾਲ ਜਿਹੜੇ ਬਾਤ ਜੁੜਦੀ ਹੈ ਨਾ, ਗੱਲ ਜੁੜਦੀ ਹੈ, ਉਹ ਬੜੀ ਕਮਾਲ ਦੀ ਜੁੜਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦੇਂਦਾ ਰਹਿ। ਇਸ ਭਾਵ ਨੂੰ ਸਮਝਿਓ, ਸਭ ਕੋ ਦੇਵਨਹਾਰ, ਦੇਂਦਾ ਤੋਟ ਨਾ ਆਵਈ। ਉਹਦੇ ਅੰਦਰ ਸਭ ਤੋਂ ਵੱਡਾ ਗੁਣ ਇਹ ਹੈ, ਕਾਰਨ ਇਹ ਹੈ ਕਿ ਵੀ ਉਹਦੇ ਭੰਡਾਰਿਆਂ ਵਿੱਚ ਤੋਟ ਹੀ ਕਦੀ ਨਹੀਂ ਆਉਂਦੀ। ਬੰਦਾ ਹਜ਼ਾਰਾਂ ਲੈ ਲੇ, ਉਹਦੇ ਭੰਡਾਰੇ ਫਿਰ ਦੁਗਣੇ ਚੁਗਣੇ ਹੋ ਜਾਂਦੇ ਆ। ਉਹ ਆਪਣੇ ਭੰਡਾਰੇ ਆਪ ਹੀ ਭਰ ਲੈਂਦਾ। ਸਤਿਗੁਰੂ ਜੀ ਕਹਿੰਦੇ ਆ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦਾ ਤੋਟ ਨਾ ਆਵੇ। ਅਗੰਤ ਭਰੇ ਭੰਡਾਰ, ਅਗੰਤ ਹੀ ਭੰਡਾਰ ਉਹਦੇ ਭਰੇ ਪਏ ਨੇ। ਇਸ ਕਰਕੇ ਦੇਂਦਾ ਰਹਿ ਨਾ ਚੁੱਕੈ ਭੋਗ। ਹੁਣ ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਕਹਿੰਦੇ ਆ ਉਹ ਸਦਾ ਜੀਵਾਂ ਨੂੰ ਰਿਜ਼ਕ ਦਿੰਦਾ ਹੈ। ਐਸਾ ਕੋਈ ਜੀਵ ਨਹੀਂ ਹੈ ਜਿਹੜਾ ਉਹਦੇ ਕੋਲੋਂ ਰਿਜ਼ਕ ਨਹੀਂ ਲੈ ਰਿਹਾ। ਮੈਂ ਵੀ ਲੈ ਰਿਹਾ, ਤੁਸੀਂ ਵੀ ਲੈ ਰਹੇ ਹੋ। ਇੱਥੋਂ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਆ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸਗੀ ਹੈ, ਜਲ ਮੈਂ ਜੰਤ ਉਪਾਇਨ, ਤਿਨਾ ਪੇ ਰੋਜੀ ਦੇ ਰਿਜ਼ਕ ਉਹਨਾਂ ਨੂੰ ਵੀ ਦੇ ਰਿਹਾ। ਉਹ ਤਾਂ ਸਤਿਗੁਰੂ ਜੀ ਕਹਿੰਦੇ ਤੂੰ ਕਾਹਤੋਂ ਚਿੰਤਾ ਲਾ ਕੇ ਬੈਠਾ, ਤੂੰ ਕਾਹਤੋਂ ਐਵੇਂ ਸੋਗ ਦੇ ਵਿੱਚ ਮੁਰਝਾਇਆ ਜਾ ਬੈਠਾ। ਕੋਈ ਗੱਲ ਨਹੀਂ, ਉਹ ਤਾਂ ਰੱਬ ਪਾਣੀਆਂ ਦੇ ਵਿੱਚ ਵਸਦੇ ਜੀਵਾਂ ਨੂੰ ਵੀ ਦੇ ਰਿਹਾ। ਇਹ ਤਾਂ ਗੱਲ ਪਾਣੀਆਂ ਦੇ ਵਿੱਚ ਵਸਦਿਆਂ ਦੀ ਹੈ। ਹੋਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਬਚਨ ਆਪ ਜੀ ਦੇ ਨਾਲ ਸਾਂਝਾ ਕਰਾਂ। ਸਤਿਗੁਰੂ ਜੀ ਦੀ ਰਹਿ ਰਾਸ ਬਾਣੀ ਦੇ ਵਿੱਚੋਂ ਹੀ ਅੱਗੇ ਜਾ ਕੇ ਆਪਾਂ ਵਿਚਾਰਨਾ। ਸਤਿਗੁਰੂ ਜੀ ਕਹਿੰਦੇ ਆ ਸੈਲ ਪੱਥਰ ਮੈਂ ਜੰਤ ਉਪਾਏ, ਤਾਕਾ ਰਿਜ਼ਕ ਆਗਾ ਕਰ ਧਰਿਆ। ਉਹਨੇ ਤਾਂ ਪੱਥਰਾਂ ਦੇ ਵਿੱਚ ਵਸਦੇ ਜੀਵ ਦਾ ਵੀ ਰਿਜ਼ਕ ਉਹਦੇ ਅੱਗੇ ਟਿਕਾਇਆ ਹੋਇਆ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਦੇਂਦਾ ਰਹਿ ਨਾ ਚੁੱਕੈ ਭੋਗ, ਭਾਵ ਉਹ ਸਾਰਿਆਂ ਨੂੰ ਦਾਤਾਂ ਜਿਹੜਾ ਉਹ ਦੇ ਰਿਹਾ, ਰਿਜ਼ਕ ਦੇ ਰਿਹਾ ਹੈ। ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ। ਭਾਵ ਉਹਦੇ ਭੰਡਾਰੇ ਬੜੇ ਵੱਡੇ ਨੇ। ਉਹਦੇ ਭੰਡਾਰੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਉਂਗਲਾਂ 'ਤੇ ਗਿਣ ਲਏ। ਕਿਸੇ ਨੇ ਇੱਕ ਭੜੋਲਾ ਦਾਣਿਆਂ ਦਾ ਭਰ ਲਿਆ, ਸਾਲ ਬਾਅਦ ਉਹਨੂੰ ਫਿਰ ਬਿਪਤਾ ਪੈ। ਭੜੋਲਾ ਸਮਝਦੇ ਹੋ ਨਾ, ਘਰਾਂ ਦੇ ਵਿੱਚ ਬੋਹਲ ਰੱਖੇ ਹੁੰਦੇ ਸਨ ਪਿੰਡਾਂ ਦੇ ਅੰਦਰ ਵੱਡੇ ਵੱਡੇ, ਅਤੇ ਜਿਨ੍ਹਾਂ ਨੇ ਕਣਕ ਵਾਢੀ ਕਰਕੇ ਵੱਢੀ ਹੋਣੀ, ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਢੋਲ ਭਰਦੇ ਸਨ, ਆਪਣੇ ਡਰਮ ਭਰਦੇ ਸਨ, ਤਾਂ ਕਿ ਸਾਡਾ ਪਰਿਵਾਰ ਜਿਹੜਾ ਹੈ ਉਹ ਸਾਲ ਭਰ ਖਾ ਸਕੇ। ਕੋਈ 2 ਭਰਦਾ ਸੀ, ਕੋਈ 3 ਭਰਦਾ ਸੀ। ਮੈਨੂੰ ਅੱਜ ਵੀ ਯਾਦ ਹੈ ਸਾਡੇ ਘਰਾਂ ਦੇ ਵਿੱਚ ਜਦੋਂ ਕਣਕ ਆਉਂਦੀ ਹੈ, ਸਾਡੇ ਘਰਾਂ ਦੇ ਵਿੱਚ ਅੱਜ ਵੀ 1 ਜਾਂ 2 ਜਿਹੜੇ ਆ ਉਹ ਡਰਮ ਭਰੇ ਜਾਂਦੇ, ਵੱਡੇ ਬੋਲ ਜਿਹਨੂੰ ਕਹਿੰਦੇ ਆ, ਉਹ ਭਰ ਲੈਂਦੇ ਆ। ਕਿਉਂ? ਕਿਉਂਕਿ ਸਾਲ ਤੱਕ ਚੱਲਣੇ ਆ। ਬਸ ਇਹੀ ਕਹਾਣੀ ਹੈ। ਸਾਲ ਬਾਅਦ ਫਿਰ ਬਿਪਤਾ ਪੈ ਜਾਂਦੀ ਹੈ ਕਿ ਫਿਰ ਭਰ ਲਈਏ। ਸਤਿਗੁਰੂ ਜੀ ਕਹਿੰਦੇ ਆ ਰੱਬ ਨੂੰ ਕੋਈ ਬਿਪਤਾ ਨਹੀਂ ਪੈਂਦੀ, ਉਹਨੂੰ ਫਿਕਰ ਨਹੀਂ ਕਰਨਾ ਪੈਂਦਾ, ਕਿਉਂਕਿ ਅਸਲ ਦੇ ਵਿੱਚ ਉਹ ਖੁਦ ਹੀ ਉਗਾਉਣ ਵਾਲਾ, ਖੁਦ ਹੀ ਭਰਨ ਵਾਲਾ। ਸਤਿਗੁਰੂ ਜੀ ਕਹਿੰਦੇ ਆ ਉਸ ਦੀਆਂ ਦਾਤਾਂ ਵਰਣਨ ਨਾਲ ਕਦੇ ਮੁੱਕਦੀਆਂ ਨਹੀਂ। ਜਿੰਨੀਆਂ ਮਰਜ਼ੀਆਂ ਉਹਦੀਆਂ ਦਾਤਾਂ ਦੀਆਂ ਆਪਾਂ ਗਣਨਾ ਕਰ ਲਈਏ, ਵਰਣਨ ਕਰ ਲਈਏ, ਬਿਆਨਬਾਜ਼ੀ ਕਰ ਲਈਏ, ਸਾਡੀਆਂ ਕਹਿਣ ਦੇ ਨਾਲ ਉਹਦੀਆਂ ਦਾਤਾਂ 'ਤੇ ਕੋਈ ਅਸਰ ਨਹੀਂ ਪੈਣਾ। ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਕਹਿੰਦੇ ਗੁਣ ਇਹੋ ਹੋਰ ਨਾ ਹੀ ਕੋਏ। ਬਸ ਰੱਬ ਦੇ ਅੰਦਰ ਇਹੀ ਸਭ ਤੋਂ ਵੱਡਾ ਗੁਣ ਹੈ। ਸੰਸਾਰੀ ਬੰਦੇ ਦੇ ਅੰਦਰ ਇਹ ਗੁਣ ਨਹੀਂ। ਸੰਸਾਰੀ ਬੰਦੇ ਦੇ ਅੰਦਰ ਗੁਣ ਹੈ, ਪਰ ਉਹ ਗੁਣ ਪ੍ਰਾਪਤ ਕਰਕੇ ਹੰਕਾਰੀ ਬਣ ਜਾਂਦਾ ਹੈ। ਇਹ ਕਿਸੇ ਨੂੰ 2 ਚੀਜ਼ਾਂ, 1 ਚੀਜ਼ ਵੀ ਦੇ ਦੇ ਨਾ ਆਪਣੇ ਕੋਲੋਂ, ਪਲ ਦੇ ਵਿੱਚ ਹੰਕਾਰੀ ਬਣ ਕੇ ਕਹਿੰਦਾ ਕਿ ਮੈਂ ਇਹਨੂੰ ਆਹ ਚੀਜ਼ ਦੇ ਦਿੱਤੀ ਹੈ। ਭਾਵ ਜਾਂ ਬੰਦੇ ਦੇ ਨਾਲ ਕੁਝ ਗੱਲਾਂ ਇਹ ਸੰਸਾਰ ਨਾਲ ਜੁੜਦੀਆਂ ਨੇ, ਜਾਂ ਇਹ ਬੰਦਾ ਜੇ ਕਿਸੇ ਨੂੰ ਕੁਝ ਦਾਨ ਪੁੰਨ ਦਾਤ ਦੇ ਵੀ ਰਿਹਾ ਹੈ, ਪਰ ਇਹ ਬੰਦਾ ਕੀ ਕਰਦਾ ਹੈ,
ਉਹਦੇ ਪਿੱਛੇ ਜਾਂ ਕੋਈ ਨਾ ਕੋਈ ਇਹਦਾ ਆਪਣਾ ਸਵਾਰਥ ਖੜਾ ਹੁੰਦਾ ਹੈ, ਜਾਂ ਹੰਕਾਰ ਖੜਾ ਹੁੰਦਾ ਹੈ, ਜਾਂ ਇਹਦਾ ਆਪਣਾ ਕੋਈ ਸਵਾਰਥ ਖੜਾ ਹੁੰਦਾ ਹੈ। ਇਹ ਬੰਦਾ ਹੰਕਾਰੀ ਵੀ ਹੋ ਜਾਂਦਾ ਹੈ, ਇਹ ਬੰਦਾ ਸਵਾਰਥੀ ਵੀ ਬਣ ਜਾਂਦਾ ਹੈ। ਇਸੇ ਬੰਦੇ ਨੂੰ ਫਿਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ, ਬੰਦਿਆ ਦੇ ਕੇ ਹੰਕਾਰੀ ਨਾ ਬਣੀ ਤੇ ਦੇ ਕੇ ਉਹਦੇ ਪਿੱਛੇ ਕੋਈ ਸਵਾਰਥ ਨਾ ਰੱਖੀ, ਤੇਰਾ ਦਿੱਤਾ ਪ੍ਰਵਾਨ ਹੋ ਜਾਏਗਾ। ਹਾਂ, ਜੇ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਤੂੰ ਚੱਲ ਰਿਹਾ, ਫਿਰ ਸਤਿਗੁਰੂ ਜੀ ਕਹਿੰਦੇ ਏਕ ਭੀ ਨਾ ਦੇ 10 ਪੀ ਕੇ ਲੈ, ਦਾਤਾ ਬਣ ਕੇ ਬਹਿ ਜਾਏਗਾ ਨਾ। ਜਿੱਦਣ ਤੂੰ ਹੰਕਾਰੀ ਬਣ ਕੇ ਬਹਿ ਜਾਏਗਾ, ਆਪਣੇ ਆਪ ਨੂੰ ਵੱਡਾ ਕਰਕੇ ਜਾਣਨ ਲੱਗ ਜਾਏਗਾ, ਫਿਰ ਇੱਕ ਗੱਲ ਚੇਤੇ ਰੱਖੀ, ਏਕ ਭੀ ਨਾ ਦੇ 10 ਪੀ ਕੇ ਲੈ, ਇੱਕ ਵੀ ਨਾ ਤੈਨੂੰ ਦਵੇ ਤੇ ਦਿੱਤੀਆਂ ਹੋਈਆਂ 10 ਵੀ ਤੇਰੇ ਕੋਲ ਖੋ ਲੈ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ ਕੀ ਕਰੇਗਾ, ਏਕ ਭੀ ਨਾ ਦੇ 10 ਪੀ ਖੀਰ ਲੈ ਤੋ ਮੂੜਾ ਕਹੋ ਕਾ ਕਰੇ। ਇਹ ਮੂਰਖ ਬੰਦਿਆ ਤੂੰ ਕੀ ਕਰ ਲੇਂਗਾ, ਰੱਬ ਦਾ ਕੀ ਵਿਗਾੜ ਲੇਂਗਾ। ਹਾਂ, ਬੰਦਾ ਕੋਈ ਚੀਜ਼ ਤੇਰੇ ਕੋਲੋਂ ਖੋਲੇ, ਥਾਣੇ 'ਚ ਚਲਾ ਜਾਏਗਾ, ਡਾਂਗ ਸੋਟਾ ਲੈ ਕੇ ਉਹਦੇ ਮਗਰ ਲੱਗ ਜਾਏਗਾ, ਵੱਢ ਦੇਗਾ, ਮਾਰ ਦੇਗਾ, ਉਹਨੂੰ ਖੋਹ ਲੇਂਗਾ ਉਹਦੇ ਕੋਲੋਂ। ਮੈਂ ਬੇਨਤੀ ਕਰਾਂ, ਜਿੱਦਣ ਰੱਬ ਨੇ ਤੇਰੇ ਕੋਲੋਂ ਖੋਣਾ ਹੈ ਨਾ ਤੇ ਤੂੰ ਕਿਸੇ ਥਾਣੇ ਵਿੱਚ ਜਾ ਸਕਦਾ ਹੈ, ਨਾ ਤੂੰ ਉਹਦੇ ਪਿੱਛੇ ਡਾਂਗ ਲੈ ਕੇ ਲੱਗ ਸਕਦਾ ਹੈ, ਕਰ ਹੀ ਕੁਝ ਨਹੀਂ ਸਕਦਾ। ਫਿਰ ਨਿਮਰਤਾ ਦੇ ਨਾਲ ਅਰਦਾਸ ਕਰੀਏ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮੈਂ ਰੱਬ ਦਾ ਕਰ ਤੇ ਕੁਝ ਨਹੀਂ ਸਕਦਾ, ਰੱਬ ਮੇਰੇ ਨਾਲ ਬੜਾ ਕੁਝ ਕਰ ਸਕਦਾ ਹੈ, ਇਹ ਮੈਨੂੰ ਸਮਝ ਆ ਗਈ। ਪਰ ਜੇ ਰੱਬ ਮੇਰੇ ਨਾਲ ਬੜਾ ਕੁਝ ਕਰ ਸਕਦਾ, ਫਿਰ ਮੈਂ ਕੀ ਕਰਾਂ, ਮੈਂ ਕਿਸ ਤਰ੍ਹਾਂ ਕਿਹੜਾ ਕਰਮ ਕਰਾਂ ਕਿ ਵੀ ਮੈਂ ਫਿਰ ਉਹ ਦਾਤਾ ਪ੍ਰਾਪਤ ਕਰ ਲਾਂ, ਮੈਂ ਹੰਕਾਰੀ ਨਾ ਹੋਵਾਂ। ਗੁਰੂ ਅਰਜਨ ਦੇਵ ਮਹਾਰਾਜ ਫਿਰ ਸਾਡੀ ਬਾਂਹ ਫੜਦੇ ਆ। ਸਤਿਗੁਰੂ ਜੀ ਕਹਿੰਦੇ ਜਿਸ ਠਾਕੁਰ ਸਿਓ ਨਾ ਹੀ ਚਾਰਾ, ਜਿਹਦੇ ਅੱਗੇ ਕੋਈ ਚਾਰਾ ਹੀ ਨਹੀਂ ਚੱਲਣਾ, ਕਿਉਂਕਿ ਦਾਤਾ ਇੰਨਾ ਵੱਡਾ ਹੈ, ਜਿਸ ਦਾਤੇ ਦੇ ਅੱਗੇ ਕੋਈ ਚਾਰਾ ਹੀ ਨਹੀਂ ਚੱਲਣਾ, ਕੋਈ ਪੇਸ਼ ਹੀ ਨਹੀਂ ਚੱਲਣੀ। ਸਤਿਗੁਰੂ ਜੀ ਕਹਿੰਦੇ ਜਿਸ ਠਾਕੁਰ ਸਿਓ ਨਾ ਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਉਸ ਪਰਮਾਤਮਾ ਦੇ ਅੱਗੇ ਨਮਸਕਾਰ ਕਰ, ਉਸ ਪਰਮਾਤਮਾ ਦੇ ਅੱਗੇ ਡੰਡੋਤ ਕਰ, ਉਹਦੇ ਅੱਗੇ ਝੁਕ ਜਾ। ਹੋ ਸਕਦਾ ਖੋਈਆਂ ਹੋਈਆਂ ਵੀ ਵਾਪਸ ਕਰ ਦੇ, ਤੇ ਜਿਹੜੀਆਂ ਦੇਣੀਆਂ ਵੀ ਉਹ ਵੀ ਤੇਰੀ ਝੋਲੀ ਵਿੱਚ ਪਾ ਦੇ। ਇਹ ਤਾਂ ਉਹਦਾ ਤਰਸ ਹੈ। ਦਾਤੇ ਦੇ ਨਾਲ ਕਦੀ ਮੱਥਾ ਨਹੀਂ ਲਾਉਣਾ। ਮੇਰੀ ਗੱਲ ਨੂੰ ਫਿਰ ਸਮਝਿਓ, ਰੱਬ ਦੇ ਨਾਲ ਮੱਥਾ ਨਹੀਂ ਲਾਉਣਾ। ਇਹ ਵੀ ਮੈਂ ਬੇਨਤੀ ਨਾਲ ਕਰਦੇ ਹਾਂ, ਅਸੀਂ ਗੁਰੂ ਨੂੰ ਵੀ ਦਾਤਾ ਕਹਿੰਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਦਾਤੇ ਨੇ, ਤੇ ਆਪਾਂ ਗੁਰੂ ਨਾਲ ਵੀ ਮੱਥਾ ਨਹੀਂ ਲਾਣਾ। ਇਹ ਨਾ ਹੋਵੇ ਗੱਲ ਰੱਬ ਦੀ ਸਮਝਾਈ ਹੈ ਤੇ ਗੁਰੂ ਨਾਲ ਮੱਥਾ ਲਾ ਕੇ ਬਹਿ ਜੀ। ਗੁਰੂ ਤੋਂ ਵੱਡਾ ਵੀ ਕੋਈ ਨਹੀਂ ਹੈ। ਪਹਿਲੀ ਗੱਲ, ਗੁਰੂ ਤੇ ਪਾਰ ਬ੍ਰਹਮ ਦੇ ਵਿੱਚ ਕੋਈ ਭੇਦ ਨਹੀਂ ਹੈ। ਗੁਰ ਪਰਮੇਸ਼ਰ ਇੱਕੋ ਜਾਣ, ਆਪਾਂ ਇੱਕ ਜਾਣਨਾ ਹੈ। ਕਈ ਵਾਰ ਬੰਦਾ ਨਾ ਆਪਣੇ ਆਪ ਨੂੰ ਵੱਡਾ ਕਰਦਾ ਕਰਦਾ ਗੁਰੂ ਦਾਤੇ ਨੂੰ ਬਿਲਕੁਲ ਛੋਟਾ ਕਰ ਦਿੰਦਾ। ਬਸ ਇਹੀ ਕਹਾਣੀ ਹੈ ਅੱਜ ਸਾਡੀ। ਆਪਾਂ ਗੁਰੂ ਨੂੰ ਬਿਲਕੁਲ ਛੋਟਾ ਕਰ ਦਿੰਦੇ ਹਾਂ, ਆਪ ਅਸੀਂ ਦਾਤੇ ਬਣ ਕੇ ਬਹਿ ਜਾਂਦੇ ਹਾਂ, ਆਪ ਅਸੀਂ ਵੰਡਣ ਵਾਲੇ ਬਣ ਕੇ ਬਹਿ ਜਾਂਦੇ ਹਾਂ ਕਿ ਮੇਰੇ ਤੋਂ ਜ਼ਿਆਦਾ ਵੰਡ ਕੌਣ ਸਕਦਾ। ਅੱਜ ਸਾਡੀ ਕੌਮ ਦੀ ਇਹੀ ਤਾਂ ਤਰਾਸਦੀ ਹੈ ਨਾ, ਆਪਾਂ ਗੁਰੂ ਤੋਂ ਦੂਰ ਕਿਉਂ ਹੋ ਰਹੇ ਹਾਂ? ਕਿਉਂਕਿ ਗੁਰੂ ਨੂੰ ਆਪਾਂ ਕੁਝ ਸਮਝਦੇ ਨਹੀਂ, ਆਪਣੇ ਆਪ ਨੂੰ ਵੱਡਾ ਅਸੀਂ ਕਰਕੇ ਸਲਾਹ ਲੈਂਦੇ ਹਾਂ। ਤੇ ਮੈਂ ਬੇਨਤੀ ਕਰਾਂ, ਗੁਰੂ ਨੂੰ ਵੱਡਾ ਰਹਿਣ ਦਈਏ। ਮੈਂ ਛੋਟੀਆਂ 2 ਕੁ ਉਦਾਹਰਨਾਂ ਤੁਹਾਨੂੰ ਦੇ ਦਿੰਦਾ। ਗੁਰੂ ਨੂੰ ਆਪਾਂ ਛੋਟਾ ਕਿਵੇਂ ਕਰ ਦਿੰਦੇ ਹਾਂ। ਪਹਿਲਾਂ ਵੀ ਕਦੀ ਤੁਹਾਡੇ ਨਾਲ ਇਹ ਗੱਲਾਂ ਸਾਂਝੀਆਂ ਕੀਤੀਆਂ ਹੋਣ ਤੇ ਮੈਨੂੰ ਮਾਫ ਕਰ ਦਿਓ। ਬੇਨਤੀ ਕਰਾਂ, 100 ਰੁਪਈਆ ਦੇ ਕੇ ਮੈਂ ਇੱਕ ਗੱਲ ਅਕਸਰ ਕਹਿਣਾ, ਮੈਂ ਦਾਨ ਕਰ ਆਇਆ। ਇਹੀ ਹੁੰਦਾ ਨਾ ਜੀ ਸਾਡਾ ਸ਼ਬਦ। ਹਾਲਾਂਕਿ ਚਲੋ ਸਾਡਾ ਇਹ ਸ਼ਬਦ ਨਹੀਂ ਆਪਾਂ ਵਰਤਦੇ, ਆਪਾਂ ਕਹਿੰਦੇ ਆ ਆਪਾਂ ਗੁਰੂ ਨੂੰ ਦਾਨ ਨਹੀਂ ਕਰ ਸਕਦੇ, ਆਪਾਂ ਗੁਰੂ ਨੂੰ ਭੇਟਾ ਦੇ ਸਕਦੇ ਹਾਂ। ਭਾਈ ਮੱਖਣ ਸ਼ਾਹ ਲਵਾਣਾ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ 'ਚ ਝੁਕਿਆ ਸੀ, ਉਹਨੇ ਇਹ ਥੋੜ੍ਹਾ ਕਿਹਾ ਸੀ ਇਹ ਸਤਿਗੁਰੂ ਮੈਂ ਤੇਰੇ ਚਰਨਾਂ 'ਚ ਦਾਨ ਕੀਤਾ। ਉਹਨੇ ਭੇਟਾਵਾਂ ਰੱਖੀਆਂ, ਸਤਿਗੁਰੂ ਆ ਭੇਟਾ ਪ੍ਰਵਾਨ ਕਰਿਓ, ਦਾਨ ਸ਼ਬਦ ਨਹੀਂ। ਕਿਉਂਕਿ ਉਹਨੂੰ ਪਤਾ ਸੀ ਸਭ ਤੋਂ ਵੱਡਾ ਦਾਨੀ ਦਾਤਾ ਤੇ ਮੇਰੇ ਅੱਗੇ ਬੈਠਾ ਹੈ, ਮੈਂ ਇਹਨੂੰ ਕੀ ਦਾਨ ਕਰ ਸਕਦਾ? ਇਹਦਾ ਦਿੱਤਾ ਹੋਇਆ ਮੈਂ ਇਹਨੂੰ ਕਿਵੇਂ ਦੇ ਦਿਆਂ? ਇਹਦਾ ਦਿੱਤਾ ਹੋਇਆ ਮੈਂ ਇਹਨੂੰ ਭੇਟਾ ਜ਼ਰੂਰ ਕਰ ਸਕਦਾ। ਬਸ ਆਹੀ ਕਹਾਣੀ ਹੁੰਦੀ ਹੈ। ਮੈਂ 100 ਰੁਪਈਏ ਦੀ ਰਸੀਦ ਘਟਾ ਕੇ ਅਨਾਉਂਸਮੈਂਟ ਕਰਾਉਣਾ, ਫਲਾਣੇ ਸੱਜਣ ਨੇ ਇੰਨਾ ਦਾਨ ਕੀਤਾ। ਤੇ ਮੈਂ ਬੇਨਤੀ ਕਰਾਂ,
ਦਾਨੀ ਜਿਹੜਾ ਹੈ ਨਾ ਉਹ ਹਮੇਸ਼ਾ ਦਾਨੀ ਰਹਿੰਦਾ ਹੈ, ਤੇ ਜਿਹਨੂੰ ਆਪਾਂ ਦਿੱਤਾ ਹੁੰਦਾ ਹੈ ਉਹ ਹਮੇਸ਼ਾ ਭਿਖਾਰੀ ਹੁੰਦਾ ਹੈ। ਅੱਜ ਵੀ ਵੇਖਣਾ ਤੁਸੀਂ ਕਦੀ ਮੰਗਣ ਵਾਲੇ ਤੁਹਾਨੂੰ ਬੜੇ ਰਾਹਾਂ ਦੇ ਵਿੱਚ ਮਿਲਣਗੇ, ਤੁਹਾਡੀਆਂ ਗੱਡੀਆਂ ਦੇ ਆਲੇ ਦੁਆਲੇ ਘੁੰਮਦੇ ਫਿਰਦੇ ਹੁੰਦੇ ਆ। ਆਪਾਂ ਉਹਨੂੰ 1 10 ਜੋ ਵੀ ਕੁਝ ਦਿੱਤਾ, ਆਪਣੀ ਸ਼ਰਧਾ ਮੁਤਾਬਕ ਅਸੀਂ 10 ਰੁਪਏ ਦਿੰਨੇ ਆ, ਭਿਖਾਰੀ ਨੂੰ ਦਿੰਨੇ ਆ ਨਾ ਆਪਾਂ। ਹੁਣ ਦੇਣ ਵਾਲਾ ਕੌਣ ਹੁੰਦਾ ਹੈ? ਦਾਨੀ ਸੱਜਣ। ਤੇ ਲੈਣ ਵਾਲਾ ਕੌਣ ਹੁੰਦਾ ਹੈ? ਭਿਖਾਰੀ ਸੱਜਣ। ਤੇ ਮੈਂ ਬੇਨਤੀ ਕਰਾਂ 100 ਰੁਪਈਆ ਦਾਨ ਦੇ ਕੇ ਗੁਰੂ ਨੂੰ ਭਿਖਾਰੀ ਬਣਾ ਦਿੰਦੇ ਆ, ਆਪ ਅਸੀਂ ਦਾਨੀ ਬਣ ਕੇ ਬਹਿ ਜਾਂਦੇ ਆ। ਆਹੀ ਕਹਾਣੀ ਆ ਨਾ ਜੀ ਸਾਡੀ, ਆਹੀ ਤਰਾਸਦੀ ਆ ਸਾਡੀ ਕੌਮ ਦੀ। ਆਪਾਂ ਗੁਰੂ ਨੂੰ ਬਿਲਕੁਲ ਨੀਵਾਂ ਕਰ ਦਿੱਤਾ, ਆਪਣੇ ਆਪ ਨੂੰ ਅਸੀਂ ਉੱਚਾ ਕਰ ਲਿਆ। ਗੁਰੂ ਕਹਿੰਦਾ ਜਗਤ ਭਿਖਾਰੀ ਫਿਰਤ ਹੈ। ਮੈਂ ਤਾਂ ਇਹਨਾਂ ਨੂੰ ਆਹ ਗੱਲ ਸਮਝਾਈ ਸੀ, ਇਹਨਾਂ ਨੇ ਗੱਲ ਹੋਰ ਹੀ ਸਮਝ ਲਈ। ਸਤਿਗੁਰੂ ਜੀ ਕਹਿੰਦੇ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਇਹ ਦਾਤਿਆ ਤੂੰ ਦਾਤਾ ਹੈ, ਮੈਂ ਤੇ ਤੇਰੇ ਦਰ ਦਾ ਮੰਗਤਾ ਹਾਂ। ਹੁਣ ਮੰਗਤਾ ਤੇਰੇ ਦਰ ਤੇ ਕੀ ਦਾਨ ਦੇਵੇ? ਇੱਕ ਭਿਖਾਰੀ ਨੂੰ ਕੋਈ ਨਹੀਂ ਦੇ ਸਕਦਾ। ਸੋ ਸਤਿਗੁਰੂ ਜੀ ਕਹਿੰਦੇ ਆ ਨਾ ਕੋ ਹੋਆ ਨਾ ਕੋ ਹੋਏ। ਇਹ ਰੱਬ ਦੇ ਅੰਦਰ ਸਭ ਤੋਂ ਵੱਡਾ ਗੁਣ ਹੈ ਕਿ ਨਾ ਹੀ ਉਹਦੇ ਵਰਗਾ ਕੋਈ ਹੈ ਤੇ ਨਾ ਹੀ ਉਹਦੇ ਵਰਗਾ ਕੋਈ ਹੋਣਾ ਹੈ। ਜਦੋਂ ਮਰਜੀ ਆਪਾਂ ਅਰਦਾਸ ਕਰਦੇ ਹਾਂ ਆਪਣੀਆਂ ਕਾਮਨਾਵਾਂ ਲੈ ਕੇ, ਰੱਬ ਕਿਰਪਾ ਕਰਦਾ ਹੈ। ਉਹ ਵੀ ਇੰਨਾ ਦਿਆਲੂ ਹੈ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਉਹ ਦੇਈ ਜਾ ਰਿਹਾ ਸਭ ਨੂੰ। ਐਸਾ ਕੋਈ ਹੈ ਸਾਡੇ ਵਿੱਚੋਂ ਇਹ ਗੱਲ ਦਾਵਾ ਕਰਕੇ ਕਹਿ ਸਕਦਾ ਹੋਵੇ ਮੈਂ ਅਰਦਾਸ ਕਰਾਂ ਤੇ ਗੁਰੂ ਨੇ ਮੇਰੀ ਝੋਲੀ ਵਿੱਚ ਕੁਝ ਪਾਇਆ ਨਾ ਹੋਵੇ? ਮੈਨੂੰ ਲੱਗਦਾ ਕਿ ਵੀ ਸਾਡੇ ਵਿੱਚੋਂ ਕੋਈ ਵੀ ਐਸਾ ਨਹੀਂ ਹੋਏਗਾ ਜਿੰਨੇ ਕੋ ਆਪਾਂ ਬੈਠੇ ਆ ਇਹ ਦਾਵਾ ਕਰਕੇ ਕਹਿ ਸਕੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਕੁਝ ਦਿੱਤਾ ਨਹੀਂ। ਮੈਂ ਕਹਿੰਦਾ ਸਗੋਂ ਦੂਣਾ ਚੂਣਾ ਉਹ ਸਾਨੂੰ ਦੇ ਰਿਹਾ। ਸੋ ਸਤਿਗੁਰੂ ਜੀ ਕਹਿੰਦੇ ਆ ਗੁਣ ਇਹੋ ਹੋਰ ਨਾ ਹੀ ਕੋਏ, ਇਹੀ ਸਭ ਤੋਂ ਵੱਡੀ ਉਹਦੇ ਅੰਦਰ ਖੂਬੀ ਹੈ, ਇਹੀ ਸਭ ਤੋਂ ਵੱਡੀ ਉਹਦੀ ਵਡਿਆਈ ਹੈ। ਨਾ ਕੋ ਹੋਆ ਨਾ ਕੋ ਹੋਏ, ਉਸ ਵਰਗਾ ਅਜੇ ਤੱਕ ਨਾ ਕੋਈ ਹੋਇਆ ਹੈ ਤੇ ਨਾ ਹੀ ਉਹਦੇ ਵਰਗਾ ਕੋਈ ਹੋਵੇਗਾ। ਅੱਗੇ ਸਤਿਗੁਰੂ ਜੀ ਕਹਿੰਦੇ ਜੇਵੜ ਆਪ ਤੇਵੜ ਤੇਰੀ ਦਾਤ। ਹੇ ਵਾਹਿਗੁਰੂ ਤੂੰ ਮੈਨੂੰ ਕਿੰਨੀ ਕਮਾਲ ਦੀ ਗੱਲ ਸਮਝਾ ਦਿੱਤੀ, ਤੂੰ ਮੇਰੇ ਤੇ ਕਿੰਨੀ ਰਹਿਮਤ ਕਰ ਦਿੱਤੀ। ਮੈਨੂੰ ਇਹ ਵੀ ਨਾਲ ਸਮਝਾ ਦਿੱਤਾ ਜਿੱਡੀ ਵੱਡੀ ਤੇਰੀ ਦਾਤ ਹੈ ਨਾ ਓਨਾ ਹੀ ਵੱਡਾ ਤੂੰ ਹੈ। ਨਾ ਤੇਰੀ ਦਾਤ ਘਟਦੀ ਹੈ ਤੇ ਨਾ ਹੀ ਦਾਤਿਆ ਤੂੰ ਘਟਦਾ ਹੈ, ਸਗੋਂ ਤੇਰੀ ਦਾਤ ਵੀ ਵੱਧਦੀ ਰਹਿੰਦੀ ਹੈ, ਤੂੰ ਵੀ ਉਹਦੇ ਨਾਲ ਹੀ ਵੱਧਦਾ ਰਹਿਣਾ। ਜਿਵੇਂ ਜਿਵੇਂ ਤੂੰ ਵੱਧ ਰਿਹਾ ਉਸੇ ਤਰ੍ਹਾਂ ਤੇਰੀ ਦਾਤ ਵੱਧ ਰਹੀ ਹੈ। ਨਾ ਤੂੰ ਘਟ ਰਿਹਾ ਨਾ ਤੇਰੀ ਦਾਤ ਘਟ ਰਹੀ ਹੈ। ਸਤਿਗੁਰੂ ਜੀ ਕਹਿੰਦੇ ਉਹ ਰੱਬ ਇਸ ਕਰਕੇ ਉਹਦਾ ਆ ਵੱਡਾ ਗੁਣ ਹੈ ਜੇਵੜ ਆਪ ਤੇਵੜ ਤੇਰੀ ਦਾਤ। ਅੱਗੇ ਸਤਿਗੁਰੂ ਜੀ ਕਹਿੰਦੇ ਜਿਨ ਦਿਨ ਕਰਕੇ ਕੀਤੀ ਰਾਤ। ਹੁਣ ਇਹਨੂੰ ਧਿਆਨ ਨਾਲ ਸਮਝਿਓ, ਰੱਬ ਨੇ ਬੜਾ ਕੁਝ ਬਣਾਇਆ। ਰੱਬ ਨੂੰ ਕਦੀ ਵੀ ਇਸ ਪੱਖ ਤੋਂ ਨਾ ਵੇਖੀਏ ਕਿ ਵੀ ਰੱਬ ਨੇ ਕੱਲੀ ਇੱਕੋ ਚੀਜ਼ ਬਣਾਈ ਹੈ। ਰੱਬ ਨੇ ਕੱਲੀ ਇੱਕ ਚੀਜ਼ ਨਹੀਂ ਬਣਾਈ। ਸੰਸਾਰ ਹਜੇ ਤੱਕ ਵੀ ਰੱਬ ਦੀਆਂ ਬਣਾਈਆਂ ਚੀਜ਼ਾਂ ਨੂੰ ਖੋਜਦਾ, ਬੰਦੇ ਦੀਆਂ ਬਣਾਈਆਂ ਚੀਜ਼ਾਂ ਨੂੰ ਨਹੀਂ। ਸਗੋਂ ਬੰਦਾ ਰੱਬ ਦੀਆਂ ਬਣਾਈਆਂ ਚੀਜ਼ਾਂ ਨੂੰ, ਜਿੰਨੀ ਵੀ ਸਾਇੰਸ ਹੈ ਉਹ ਕਿਹਨੂੰ ਸਾਇੰਸ, ਰੱਬ ਸਾਇੰਸ ਨੂੰ ਥੋੜ੍ਹਾ ਖੋਜ ਰਿਹਾ, ਸਾਇੰਸ ਰੱਬ ਨੂੰ ਖੋਜ ਰਹੀ ਹੈ। ਤੇ ਇਹੀ ਕਹਾਣੀ ਹੈ, ਰੱਬ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਬੰਦਾ ਅੱਜ ਵੀ ਲੱਭ ਰਿਹਾ। ਤੇ ਮੇਰੇ ਵਰਗਾ ਕਹਿੰਦਾ ਜਿਹੜੀ ਚੀਜ਼ ਇੱਕ ਦੇਦੀ ਹੈ ਰੱਬ ਨੇ ਇੱਕੋ ਹੀ ਚੀਜ਼ ਬਣਾਈ ਹੈ, ਦੂਜਾ ਤੇ ਕੋਈ ਬਣਾਇਆ ਹੀ ਨਹੀਂ। ਸਾਧ ਸੰਗਤ ਹੁਣ ਗੁਰੂ ਨਾਨਕ ਮਹਾਰਾਜ ਜੀ ਵੱਲ ਆਈਏ ਫਿਰ ਦੁਬਾਰਾ ਆਪਾਂ। ਜਪਜੀ ਸਾਹਿਬ ਬਾਣੀ ਤੁਸੀਂ ਪੜ੍ਹਦੇ ਹੋ, ਉਹਦੇ ਵਿੱਚ ਹੀ ਸਤਿਗੁਰੂ ਜੀ ਰੱਬ ਦੀ ਇੰਨੀ ਵੱਡੀ ਵਡਿਆਈ ਕਰ ਦਿੰਦੇ। ਰੱਬ ਨੇ ਬਣਾਇਆ ਕੀ? ਬੰਦਾ ਬਣਾ ਸਕਦਾ ਇਹ ਚੀਜ਼ਾਂ? ਪਾਤਾਲਾਂ, ਪਾਤਾਲ, ਲੱਖ, ਆਗਾਸਾਂ, ਆਗਾਸ। ਹੁਣ ਜਿਹੜਾ ਲੱਖ ਸ਼ਬਦ ਹੈ ਨਾ ਇਹ ਪਾਤਾਲਾਂ ਪਤਾਲ ਵਾਲੇ ਪਾਸੇ ਵੀ ਜੁੜੇਗਾ, ਆਗਾਸਾਂ ਆਗਾਸ ਦੋਵਾਂ ਦੇ ਅਰਥ ਕਰ ਜਾਏਗਾ। ਪਰਮਾਤਮਾ ਨੇ ਲੱਖਾਂ ਹੀ ਪਾਤਾਲ ਬਣਾਏ, ਪਰਮਾਤਮਾ ਨੇ ਲੱਖਾਂ ਹੀ ਆਗਾਸ ਬਣਾਏ, ਦੋਵਾਂ ਦੀ ਕਰ ਗਿਆ ਅਰਥ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ
वेद कैन एक बात, सतगुरु जी कहते लभ लभ के थक गए, पर उस रब का किसी नूं पारावार ही नहीं आया। रब ने की बनाया, जो बनाया बंदे ने कोई पारावार थोड़ा पाया। अगे फिर थोड़ा जा तुरियो, इसे बाणी दे अंदर गुरु नानक महाराज फिर कहते आ मैं तेनों दसा रब ने की बनाया। जेड़ा जिक्र इत्थे करदे आ ना, जिन दिन करके कीती रात, रब ने दिन भी बनाए, रब ने ये रातां भी बनाईयां। एक कमरे दे विच बंदा हनेरा लाइटां बंद करके आके आ वेखो मैं भी तां हनेरा बना ही लिया। नहीं साध संगत, जिवें रब ने दिन रात बनाई है, इवें बना के तू मैनू विखा, नहीं तू बना सकदा। सतगुरु जी कहते आ जो कुछ दिसदा है, राती रुत्ती थित्ती वार, पवन पानी अग्नि पाताल, तिस विच धरती थाप रखी तिस धर्मशाल। सतगुरु जी कहते उस रब ने किन्नी कमाल दी धर्मशाला बनाई है। रातां उन्हें बनाईयां, रुत्तां उन्हें बनाईयां, थित्तां उन्हें बनाईयां, वारां उन्हें बनाईयां। बंदिया तेरे अंदर पाया की है कि तू कुछ बना सके? तू तो अजे तक अपने वर्गा अपने आप नूं नहीं बना सकिया, ते तू गल करदा मैं रब नूं बना देंगा। बंदा दावे करदा ना मैं रब बनाता, कि सच विच जेड़ा रब अज बंदे ने बनाया वो सच विच रब है? कदी ख्याल करियो, गौर करियो। बंदा कहता मैं रब बनाता, आ रब है। एक मूर्त जी बना के घड़ के पत्थर दी तुहाडे सामने कोई रख दे, आ रब है। पर कदी वेख्या गुरु नानक महाराज जी उन्होंने की कहते हैं? सतगुरु जी कहते तेरा बनाया इनू मैं रब नहीं कहता। रब इस तरह का थोड़ा होंदा है, थापिया ना जाए कीता ना होए। आ मैं तेनू दसा रब की है, आपे आप निरंजन सोए, आ है रब। सो मैं बेनती करा, जो चीज रब ने बनाई, बंदा दावा जिन्ना मर्जी करे मैं बनाई खां, बनाई हुई चीज तो पर्दे जरूर वो ला सकता है। रब ने पानी बनाया, बंदे ने धरती खोदी पानी कढ़ लिया। हुण पेट्रोल है वह भी तो धरती दे अंदर है, बंदे ने परत चुकी, ਇਹਦੇ ਵਿੱਚੋਂ ਲੋਹਾ ਕੱਢ ਲਿਆ, ਇਹਦੇ ਵਿੱਚੋਂ ਸੋਨਾ ਕੱਢ ਲਿਆ, बड़ा कुछ ਇਹਦੇ ਵਿੱਚੋਂ ਕੱਢ लिया। पर मैं बेनती करा, बंदा ये नहीं कह सकता ये मैं कढ़िया। हाँ, ये रब ने पहला ही सारा कुछ टकाया सी, तू तो सिर्फ उसकी खोज की है। खोज भी बंदा किवें कर सकता सी? वो भी रब जे आ दिमाग ना दिंदा ते बंदा खोज किते। कईयां दी मत मार भी तो दिंदा है ना, जे सारी जिंदगी मत ही मार के रखदा कि बंदा कुछ खोज लेंदा। इस करके दावा नहीं आप कर सकते कि भी आ असी खोजिया। सो सतगुरु गुरु नानक महाराज कहते आ, जेवड़ आप तेवड़ तेरी दात, जिन्ना वड्डा वो आप है उन्नी वड्डी ओदी दात है। जिन दिन करके कीती रात, जिन्ने दिन बनाए, जिन्ने रातां बनाईयां, ये सारा कुछ बनाउण वाला परमात्मा। बंदा कुछ नहीं बना पाया, ना ही बंदा कुछ नवा कर पाया। नवा तो करे ना, जे कुछ अपने वलों कुछ करे, नवा तो पहला ही सारा कुछ पाया। सो सतगुरु गुरु नानक महाराज कृपा करन। चाहुंदा तो मैं ये सीगा कि भी आप शब्द सिर्फ दो तुकां रह गईयां, आप इहदे भावार्थ कर लईए। खसम विसारै ते कमजात। गुरु नानक महाराज कहंदे ओ बंदे ਜਿਹੜੇ ਖਸਮ ਪ੍ਰਭੂ ਨੂੰ ਭੁਲਾ ਦਿੰਦੇ ਨੇ, ਉਹ ਬੰਦੇ ਨੀਵੇਂ ਜੀਵਨ ਵਾਲੇ, ਅਤ ਦਰਜੇ ਦੇ ਗਿਰੇ ਹੋਏ ਬੰਦੇ ਬਣ ਜਾਂਦੇ ਆ, ਨੀਵੇਂ। ਤੇ ਅਗਲੀ ਪੰਕਤੀ ਵਿੱਚ ਕਹਿੰਦੇ ਨਾਨਕ ਨਾਮ ਹੈ ਬਾਦ ਸਨਾਤ, ਹੈ ਨਾਨਕ ਨਾਮ ਤੋਂ ਖੁੰਝੇ ਹੋਏ ਜੀਵ ਜਿਹੜੇ ਆ ਉਹ ਨੀਚ ਹੁੰਦੇ ਆ। ਥੋੜਾ ਜਿਹਾ ਇਸ ਪੰਕਤੀਆਂ ਨੂੰ ਆਪਾਂ ਕੱਲ ਦੇ ਦੀਵਾਨ ਵਿੱਚ ਵਿਚਾਰ ਲਵਾਂਗੇ। ਸੋ ਸਤਿਗੁਰੂ ਗੁਰੂ ਨਾਨਕ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ, आप सबना नूं चढ़दी कला बख्शण ते इस तरह गुरबाणी नाल आपां जुड़े रहिए। विचारां करदिआं होईआं बेअंत भुल्लां चुक्कां आप जी ने बख्श लैणियां। सतगुरु जी गुरु की संगत बख्शणहार है जी, बख्श देना। वाहिगुरू जी का खालसा, वाहिगुरू जी की फतेह। राम कली महला तीजा।